ਅੱਜ ਦਾ ਵਿਚਾਰ ਸ਼ੋਅ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਚਰਨਜੀਤ ਜੀ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ 3 ਦਿਨਾਂ ਅਜਲਾਸ ਦੇ ਵਿੱਚ ਜੋ ਕੁਝ ਵਾਪਰਿਆ ਔਰ ਉਸ ਤੋਂ ਬਾਅਦ ਦੀ ਜਿਹੜੀ ਸਥਿਤੀ ਤੇ ਉਸ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕਿਸ ਤਰ੍ਹਾਂ ਏਕਤਾ ਦਿਖਾਉਣ ਤੋਂ ਬਾਅਦ ਆਪੋ ਆਪਣੇ ਰਾਹ ਪੈ ਗਈਆਂ ਤੇ ਕਿਸ ਤਰ੍ਹਾਂ ਉਹ ਵੋਟ ਬੈਂਕ ਦੀ ਸਿਆਸਤ ਫਿਰ ਸ਼ੁਰੂ ਹੋ ਗਈ ਹੈ। ਇਹ ਸਾਰੇ ਤੇ ਅਸੀਂ ਗੱਲ ਕਰਾਂਗੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਸ ਦਿਨ ਜਿਹੜੇ ਖੇਤੀ ਨਾਲ ਸੰਬੰਧਿਤ ਕੇਂਦਰ ਸਰਕਾਰ ਨੇ ਬਿੱਲ ਕੀਤੇ ਸੀ ਪਾਸ, ਉਹਨਾਂ ਬਿੱਲਾਂ ਦੇ ਬਦਲਵੇਂ ਪ੍ਰਬੰਧ ਵਜੋਂ ਉਹਨਾਂ ਵਿੱਚ ਸੋਧ ਕਰਕੇ ਪੰਜਾਬ ਸਰਕਾਰ ਨੇ ਜਿਹੜੇ ਵਿਧਾਨ ਸਭਾ 'ਚ 3 ਬਿੱਲ ਪੇਸ਼ ਕੀਤੇ। ਉਹਨਾਂ 'ਤੇ ਪੰਜਾਬ ਦੀਆਂ ਜਿਹੜੀਆਂ ਪ੍ਰਮੁੱਖ ਪਾਰਟੀਆਂ ਸੀ, ਜਿਨ੍ਹਾਂ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਉਹ ਤਿੰਨਾਂ ਨੇ ਆਪਣੀ ਸਰਬਸੰਮਤੀ ਦੇ ਨਾਲ ਉਹਨਾਂ ਬਿੱਲਾਂ ਨੂੰ ਪਾਸ ਕਰਕੇ ਤੇ ਖੁਦ ਸਾਰੇ ਜਿਹੜੇ ਵਿਧਾਇਕ ਸੀਗੇ ਤਿੰਨਾਂ ਪਾਰਟੀਆਂ ਦੇ, ਉਹਨਾਂ ਨੇ ਜਾ ਕੇ ਉਹ ਰਾਜਪਾਲ ਨੂੰ ਪੇਸ਼ ਕੀਤੇ ਕਿ ਤੁਸੀਂ ਇਹਨਾਂ ਬਿੱਲਾਂ ਨੂੰ ਅੱਗੇ ਭੇਜੋ। ਤੇ ਉਹ ਬਿੱਲ ਅਜੇ ਰਾਸ਼ਟਰਪਤੀ ਤੱਕ ਤਾਂ ਪੁੱਜੇ ਵੀ ਨਹੀਂ, ਦਿੱਲੀ ਤੱਕ ਵੀ ਨਹੀਂ ਪੁੱਜੇ, ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਪਾਰਟੀਆਂ ਨੇ ਉਹ ਜਿਹੜੀ ਉਸ ਦਿਨ ਦੀ ਕਾਰਵਾਈ ਸੀ ਉਸ ਦੇ ਉੱਤੇ ਜਿਹੜੇ ਆਪਣੇ ਪ੍ਰਤੀਕਰਮ ਦਿੱਤੇ ਆ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਉਹਦੇ ਤਾਂ ਇੱਕ ਡਰਾਮਾ ਸੀ। ਇਸ ਤਰ੍ਹਾਂ ਹੀ ਅਕਾਲੀ ਦਲ ਕਹਿ ਰਿਹਾ ਕਿ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਇਹ ਰਲੇ ਹੋਏ ਆ, ਤੇ ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਬਿੱਲ ਪਾਸ ਕਰਾਏ ਆ, ਇਹ ਆਪਣੇ ਆਪ ਨੂੰ ਮੋਦੀ ਦੇ ਨਾਲ ਇਹਨਾਂ ਨੇ ਖੜਾ ਕਰ ਲਿਆ ਤੇ ਕਿਸਾਨਾਂ ਨੂੰ ਜਿਹੜਾ ਤਰਸਯੋਗ ਹਾਲਤ 'ਚ ਪਹੁੰਚਾ ਦਿੱਤਾ। ਇੱਕ ਪਾਸੇ ਇਹ ਕਹਿ ਰਿਹਾ, ਦੂਸਰੇ ਪਾਸੇ ਨਾਲ ਹੀ ਉਹ ਇਹ ਵੀ ਕਹਿ ਰਿਹਾ ਕਿ ਇਹਦੇ ਨਾਲ ਜਿਹੜਾ ਹੈਗਾ ਸਾਰੇ ਪੰਜਾਬ ਨੂੰ ਮੰਡੀ ਐਲਾਨਿਆ ਜਾਵੇ। ਤੇ ਨਾਲ ਭਗਵੰਤ ਮਾਨ ਹੋਣੀ ਜਿਹੜੇ ਆਮ ਆਦਮੀ ਪਾਰਟੀ ਦੇ, ਉਹ ਕਹਿ ਰਿਹਾ ਕਿ MSP ਦੀ ਗਰੰਟੀ ਪੰਜਾਬ ਸਰਕਾਰ ਕਰੇ, ਜਦੋਂ ਕਿ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਉਹਦਾ ਆਕਾਰ ਹੀ ਐਡਾ ਵੱਡਾ ਨਹੀਂ ਹੈਗਾ ਕਿ ਉਹ ਪ੍ਰਬੰਧ ਕਰ ਸਕੇ। ਉਹਦੇ ਵਿੱਚ ਅੱਗੇ ਵੀ ਜਿਹੜੀ ਖਰੀਦ ਕੀਤੀ ਜਾਂਦੀ ਹੈ ਉਹ ਕੇਂਦਰ ਸਰਕਾਰ ਲਈ ਹੁੰਦੀ ਹੈ ਤੇ ਕੇਂਦਰ ਸਰਕਾਰ ਉਹਦੇ ਲਈ ਬਕਾਇਦਾ ਜਿਹੜੀ ਹੈ ਉਹਨਾਂ ਨੂੰ ਪੈਸਾ ਦਿੰਦੀ ਹੈ, CCL ਜਿਹੜੀ ਸਕੀਮ ਹੈ ਉਹਦੇ ਤਹਿਤ। ਸੋ ਇਹ ਸਾਰੀ ਸਥਿਤੀ ਦੇ ਉੱਤੇ ਅਸੀਂ ਚਰਚਾ ਕਰਾਂਗੇ। ਤੇ ਚਰਨਜੀਤ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਹੈਗਾ ਕਿ ਹੁਣ ਮਜੀਠੀਆ ਹੋਣੀ ਕਹਿ ਰਹੇ ਆ, ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਇਹ ਸਾਰਾ ਕੁਝ ਜਿਹੜਾ ਮਹਿਜ ਇੱਕ ਇਹ ਕੀਤਾ ਗਿਆ ਔਰ ਇਹ ਕੇਂਦਰ ਸਰਕਾਰ ਨਾਲ ਰਲਿਆ ਹੋਇਆ ਕੈਪਟਨ, ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਜੰਡੂ ਜੀ, ਇਹ ਬੜੀ ਇੰਟਰਸਟਿੰਗ ਘਟਨਾਕ੍ਰਮ ਜਿਹੜੀ ਵਾਪਰ ਰਹੀ ਹੈ ਪੰਜਾਬ ਦੇ ਵਿੱਚ। ਜੀ ਜੀ, ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਕਿਸਾਨੀ ਸੰਘਰਸ਼ ਜਿਹੜਾ ਚੱਲਿਆ ਉਹਨੇ ਤਿੰਨੇ ਪ੍ਰਮੁੱਖ ਪਾਰਟੀਆਂ ਨੂੰ ਫੋਰਸ ਕਰ ਦਿੱਤਾ ਹੈ ਕਿ ਉਹ ਕਿਸਾਨੀ ਏਜੰਡੇ ਉੱਤੇ ਗੱਲ ਕਰਨ। ਹੁਣ ਇਸ ਦਾ ਜਿਹੜਾ ਸਾਨੂੰ ਮੁਜ਼ਾਹਰਾ ਦੇਖਣ ਨੂੰ ਮਿਲਿਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ, ਸੈਸ਼ਨ ਦੇ ਵਿੱਚ ਤਿੰਨਾਂ ਪਾਰਟੀਆਂ ਨੇ ਸਰਬਸੰਮਤੀ ਦੇ ਨਾਲ ਉਸ ਬਿੱਲ ਦਾ ਸਮਰਥਨ ਕੀਤਾ ਤੇ ਉਸ ਬਿੱਲ ਦੇ ਸਮਰਥਨ ਦੇ ਵਿੱਚ ਗਵਰਨਰ ਸਾਹਿਬ ਨੂੰ ਮਿਲਣ ਵੀ ਗਏ ਨੇ ਔਰ ਤਿੰਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਸ ਬਿੱਲ ਦੇ ਛੋਲੇ ਗਾਏ ਨੇ। ਪਰ ਜਿਉਂ ਹੀ ਬਿੱਲ ਗਵਰਨਰ ਸਾਹਿਬ ਨੂੰ ਭੇਜ ਦਿੱਤਾ ਹੈ, ਉਸ ਤੋਂ ਬਾਅਦ ਤਿੰਨੇ ਪਾਰਟੀਆਂ ਆਪਣੇ ਵੋਟ ਬੈਂਕ ਦੀ ਸਿਆਸਤ ਕਰਨ ਲੱਗ ਪਈਆਂ ਨੇ। ਕਿਉਂਕਿ ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਬਿੱਲ ਦੀ ਸਪੋਰਟ ਕਰਨਾ, ਉਹਦਾ ਸਮਰਥਨ ਕਰਨ ਵੇਲੇ ਵੀ ਇਹਨਾਂ ਦੀ ਵੋਟ ਬੈਂਕ ਸਿਆਸਤ ਸੀ ਕਿ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਪਿੱਛੇ ਨਾ ਰਹਿ ਜਾਈਏ ਤੇ ਕਿਸਾਨ ਸਾਡੇ ਤੋਂ ਦੂਰ ਨਾ ਚਲੇ ਜਾਣ। ਤੇ ਹੁਣ ਜਦੋਂ ਵਿਧਾਨ ਸਭਾ ਨੇ ਬਿੱਲ ਪਾਸ ਕਰ ਦਿੱਤਾ ਹੈ ਤੇ ਗਵਰਨਰ ਸਾਹਿਬ ਨੂੰ ਪ੍ਰਵਾਨਗੀ ਲਈ ਭੇਜਿਆ ਹੈ, ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਬਿਲਕੁਲ ਪਿੱਛੇ ਰਹਿ ਗਏ, ਇਹ ਤਾਂ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਸਰਕਾਰ ਲੈ ਗਈ ਹੈ। ਸੋ ਹੁਣ ਜਿਹੜੇ ਅਕਾਲੀ ਦਲ ਦਾ ਜਿਹੜਾ ਸਟੈਂਡ ਹੈ ਉਹ ਬਿਲਕੁਲ ਹਾਸੋਹੀਣ ਹੈ ਕਿ ਹੁਣ ਉਸ ਬਿੱਲ 'ਚ ਮੀਨ ਮੇਖਾਂ ਕੱਢ ਰਹੇ ਨੇ, ਜਦ ਕਿ ਜੇ ਇਹ ਜੈਨੂਅਨ ਕੰਸਰਨ ਹੁੰਦੇ ਤਾਂ ਇਹ ਵਿਧਾਨ ਸਭਾ ਦੇ ਵਿੱਚ ਅਮੈਂਡਮੈਂਟ ਦੇ ਸਕਦੇ ਸੀ, ਉੱਥੇ ਉਸ ਬਿੱਲ ਦੇ ਵਿੱਚ ਸੋਧ ਕਰਵਾ ਸਕਦੇ ਸੀ, ਜੋ ਇਹਨਾਂ ਨੇ ਨਹੀਂ ਕੀਤਾ। ਇਸ ਤੋਂ ਆਪਣੇ ਤੌਰ ਦੇ ਉੱਤੇ ਹੀ ਜਾਪਦਾ ਹੈ ਕਿ ਬਾਅਦ ਦੇ ਵਿੱਚ ਵਿਰੋਧ ਕਰਨਾ ਉਹ ਸਿਰਫ ਵੋਟ ਬੈਂਕ ਦੀ ਸਿਆਸਤ ਹੈ, ਹੋਰ ਕੁਝ ਨਹੀਂ ਹੈ। ਵੈਸੇ ਵੀ ਚਰਨਜੀਤ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਕਾਲੀ ਦਲ ਜਿਹੜਾ ਇਹ ਕਹਿ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਰਿਹਾ ਹੈ ਕਿ ਉਹ ਮੋਦੀ ਹੋਣਾ ਵਾਲੇ ਪਾਸੇ ਚਲੇ ਗਏ ਹੈ ਤੇ ਕਿਸਾਨ ਸੰਘਰਸ਼ ਨੂੰ ਉਹਨਾਂ ਦੀ ਕੇਂਦਰ ਦੇ ਜਿਹੜਾ ਰਹਿਮੋ ਕਰਮ ਤੇ ਛੱਡ ਦਿੱਤਾ ਹੈ। ਪਰ ਅਸੀਂ ਦੇਖਦੇ ਹਾਂ ਕਿ ਜਿਹੜਾ 1 ਜੂਨ 'ਚ ਜਦੋਂ ਆਰਡੀਨੈਂਸ ਆਉਂਦੇ ਆ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਤੀਨਿਧ ਸੀਗੀ ਬੀਬੀ ਹਰਸਿਮਰਤ ਕੌਰ ਬਾਦਲ,
ਉਹ ਉਸ ਕੈਬਨਿਟ ਮੀਟਿੰਗ 'ਚ ਹਾਜ਼ਰ ਸੀ ਔਰ ਉਸ ਕੈਬਨਿਟ ਮੀਟਿੰਗ 'ਚ ਉਹਨਾਂ ਦੇ ਦਸਤਖਤ ਹੈ। ਬਕਾਇਦਾ ਇਹ ਕੇਂਦਰ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਕਿ ਉੱਥੇ ਇਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਦਾ ਜਦੋਂ ਹੋਰ ਅੰਦੋਲਨ ਮਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੌਮੀ ਜਮਹੂਰੀ ਗੱਠਜੋੜ ਵੀ ਛੱਡਤਾ। ਕੌਮੀ ਜਮਹੂਰੀ ਗੱਠਜੋੜ ਛੱਡਣ ਤੋਂ ਬਾਅਦ ਤਿੰਨਾਂ ਤਖਤਾਂ ਤੋਂ ਇੱਕ ਮਾਰਚ ਵੀ ਕਿਸਾਨਾਂ ਦੇ ਹੱਕ 'ਚ ਜਿਹੜਾ ਪਾਰਟੀ ਵੱਲੋਂ ਕੱਢਿਆ ਗਿਆ। ਅਸਲ 'ਚ ਤਾਂ ਇਹ ਉੱਥੇ ਬੈਠੇ ਸੀ। ਹੁਣ ਇਹੀ ਗੱਲ ਉਹ ਕੈਪਟਨ ਦੇ ਬਾਰੇ ਕਹਿ ਰਹੇ ਆ ਕਿ ਕੈਪਟਨ ਨੇ ਬਿੱਲ ਪਾਸ ਕਰਕੇ ਕੇਂਦਰ ਦਾ ਪਾਸਾ ਜਿਹੜਾ ਲਿਆ ਹੈਗਾ ਤੇ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਸ ਰਹਿਮੋ ਕਰਮ ਤੇ ਚਲੇ ਗਿਆ। ਤੇ ਦੂਸਰੇ ਪਾਸੇ ਵੀ ਸਥਿਤੀ ਇਸ ਤਰ੍ਹਾਂ ਦੀ ਹਾਸੋ ਹੀ ਨਹੀਂ ਬਣੀ ਹੋਈ ਹੈ ਕਿ ਆਮ ਆਦਮੀ ਪਾਰਟੀ ਤੁਸੀਂ ਦੇਖੋ ਕਿ ਉਹਨਾਂ ਦੇ ਬਿੱਲ ਦੇ ਅੰਦਰ ਸਮਰਥਨ ਕੀਤਾ ਉੱਥੇ। ਫਿਰ ਉਹਨਾਂ ਨੇ ਬਿੱਲ ਦੇ ਜਿੱਦਣ ਪੇਸ਼ ਹੋਣਾ ਸੀਗਾ ਉਸ ਦਿਨ ਵੀ ਉਹਨਾਂ ਨੇ ਉੱਥੇ ਬਕਾਇਦਾ ਕਾਲੇ ਕੱਪੜੇ ਪਾ ਕੇ ਚੋਗੇ ਪਾ ਕੇ ਤੇ ਵਿਧਾਨ ਸਭਾ ਦੇ ਅੰਦਰ ਧਰਨਾ ਦਿੱਤਾ ਕਿ ਸਾਨੂੰ ਪਹਿਲਾਂ ਬਿੱਲ ਦੀ ਕਾਪੀ ਦਿੱਤੀ ਜਾਵੇ। ਤੇ ਜਦੋਂ ਬਿੱਲ ਪੇਸ਼ ਹੋਇਆ ਉਹਦੇ ਤੇ ਉਹਨਾਂ ਨੇ ਕੋਈ ਉਹਦੇ ਸਬੰਧ 'ਚ ਸੋਧ ਨਹੀਂ ਪੇਸ਼ ਕੀਤੀ, ਕੋਈ ਉਹਦੇ ਸਬੰਧ 'ਚ ਜੋ ਐਸਾ ਸਰਕਾਰ ਨੇ ਪੇਸ਼ ਕੀਤਾ ਉਹਨੂੰ ਪ੍ਰਵਾਨ ਕਰਕੇ ਤੇ ਅੱਗੇ ਤੋਰ ਦਿੱਤਾ ਗਿਆ। ਤੇ ਹੁਣ ਭਗਵੰਤ ਮਾਨ ਹੋਣੀ ਜਿਹੜੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਆ ਉਹ ਕਹਿੰਦੇ ਆ ਕਿ ਕਾਗਜ਼ ਦਾ ਟੁਕੜਾ। ਔਰ ਹਰਪਾਲ ਸਿੰਘ ਚੀਮਾ ਹੋਣੀ ਜਿਹੜੇ ਵਿਰੋਧੀ ਧਿਰ ਦੇ ਉੱਥੇ ਇਹ ਅੰਦਰ ਨੇਤਾ ਸੀਗੇ ਉਹ ਵੀ ਕਹੀ ਜਾਂਦੇ ਆ ਕਿ ਇਹ ਸਾਰਾ ਕੋਈ ਡਰਾਮਾ ਹੈ। ਉਹਨਾਂ ਦੇ ਜਿਹੜੇ ਕਨਵੀਨਰ ਨੇ ਉਹ ਵੀ ਕਹੀ ਜਾ ਰਹੇ ਕੇਜਰੀਵਾਲ ਹੋਣੀ ਵੀ ਕਿ ਇਹ ਸਾਰਾ ਕੁਝ ਡਰਾਮਾ ਕੀਤਾ ਗਿਆ, ਇਹਦੇ ਵਿੱਚ ਕੁਝ ਨਹੀਂ ਹੈ ਕਿ ਰਾਸ਼ਟਰਪਤੀ ਨੇ ਇਹਨੂੰ ਪ੍ਰਵਾਨ ਨਹੀਂ ਕਰਨਾ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਲੀਗਲੀ ਜਿਹੜਾ ਹੈਗਾ ਇਸ ਦਾ ਅੱਗੇ ਕਿਸ ਤਰ੍ਹਾਂ ਇਹਦੇ ਅਸਰ ਪੈਣੇ ਆ। ਪਰ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦਾ ਕਿਸਾਨ ਅੰਦੋਲਨ ਮਗ ਰਿਹਾ ਤੇ ਉਹਦੇ ਵਿੱਚ ਕੇਂਦਰ ਮਜਬੂਰ ਵੀ ਹੋ ਜਾਏ ਕਿ ਇਹਦੇ ਤੇ ਰੀਥਿੰਕ ਵੀ ਕਰ ਸਕਦਾ। ਪਰ ਤੁਸੀਂ ਦੂਸਰੇ ਪਾਸੇ ਦੇਖੋ ਕਿ ਜਿਹੜਾ ਕਾਂਗਰਸ ਹੈ ਉਹਨਾਂ ਦੇ ਜਿਹੜੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦਾ ਜਿਹੜਾ ਹੈਗਾ ਵਤੀਰਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਾਖੜ ਸਾਹਿਬ ਦਾ ਸਟੈਂਡ ਬਿਲਕੁਲ ਕਲੀਅਰ ਰਿਹਾ। ਉਹ ਕਿਸਾਨੀ ਦੇ ਹੱਕ ਵਿੱਚ ਰਿਹਾ। ਜਿੱਥੋਂ ਤੱਕ ਤਿੰਨੇ ਪਾਰਟੀਆਂ ਦੇ ਕਿਰਦਾਰ ਦਾ ਸੰਬੰਧ ਹੈ ਇਹ ਆਪਾਂ ਸਾਰੇ ਜਾਣਦੇ ਹਾਂ ਜੰਡੂ ਜੀ ਕਿ ਤਿੰਨੇ ਪਾਰਟੀਆਂ ਦਾ ਜਿਹੜਾ ਕਿਸਾਨੀ ਬਾਰੇ ਜਿਹੜਾ ਸੋਚਣ ਦਾ ਢੰਗ ਹੈ ਜਾਂ ਲੌਂਗ ਟਰਮ ਦੇ ਵਿੱਚ ਜਿਹੜਾ ਕੈਪੀਟਲਿਸਟਿਕ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਰਮਾਏਦਾਰੀ ਦੇ ਹੱਕ ਦੇ ਵਿੱਚ ਭੁਗਤਣ ਵਾਲਾ ਹੈ। ਕਿਉਂਕਿ ਲੰਬੇ ਸਮੇਂ ਤੋਂ ਜੋ ਦੇਖੀਏ ਤਾਂ ਇਹ ਨੀਤੀਆਂ ਕਾਂਗਰਸ ਵੱਲੋਂ ਵੀ ਲਿਆਂਦੀਆਂ ਗਈਆਂ ਪਹਿਲਾਂ, ਜਿਹਨੂੰ ਬੀਜੇਪੀ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਪਰ ਜਿੱਥੋਂ ਤੱਕ ਜਾਖੜ ਸਾਹਿਬ ਦਾ ਸੰਬੰਧ ਹੈ ਉਹਨਾਂ ਦਾ ਸਟੈਂਡ ਇਹ ਸਾਰੇ ਕਿਸਾਨੀ ਸੰਘਰਸ਼ ਦੇ ਵਿੱਚ ਹਮਦਰਦੀ ਵਾਲਾ ਰਿਹਾ ਔਰ ਉਹਨਾਂ ਨੇ ਬੜਾ ਸਪਸ਼ਟ ਸਟੈਂਡ ਲਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਬਾਕੀ ਸਾਰੇ ਡਰਾਮੇ ਬੰਦ ਕਰਨ, ਜੇ ਕੋਈ ਚਾਹੁੰਦਾ ਹੈ ਤਾਂ ਉਹਦੇ ਨਾਲ ਬਹਿਸ ਕਰ ਸਕਦੇ ਨੇ ਤੇ ਬਲਕਿ ਉਹ ਇਸ ਸੰਬੰਧੀ ਸੀਐਮ ਸਾਹਿਬ ਤੋਂ ਵੀ ਸੱਦਾ ਦਿਵਾਉਣ ਨੂੰ ਤਿਆਰ ਨੇ ਤੇ ਜੇ ਕੋਈ ਉਹਦੇ 'ਚ ਸੋਧ ਕਰਨੀ ਹੈ ਤਾਂ ਉਸ ਸੰਬੰਧੀ ਵੀ ਵਿਚਾਰਿਆ ਜਾ ਸਕਦਾ ਹੈ। ਜਾਖੜ ਸਾਹਿਬ ਦਾ ਕਹਿਣਾ ਇਹ ਹੈ ਕਿ ਕਿਸਾਨ ਸੰਘਰਸ਼ ਦੇ ਵਿੱਚ ਜਿੱਤ ਕਿਸਾਨਾਂ ਦੀ ਹੋਣੀ ਹੈ ਤੇ ਪੰਜਾਬ ਸਰਕਾਰ ਦੀ ਹਮਦਰਦੀ ਪੂਰੀ ਤਰ੍ਹਾਂ ਇਸ ਕਿਸਾਨ ਅੰਦੋਲਨ ਦੇ ਨਾਲ ਹੈ। ਪਰ ਉਹਦੇ ਨਾਲ ਚਰਨਜੀਤ ਜੀ ਇਹ ਵੀ ਤਾਂ ਉਹ ਕਹਿ ਰਹੇ ਆ ਨਾ ਕਿ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਕਿ ਪੰਜਾਬ ਨੂੰ ਮੰਡੀ ਐਲਾਨੋ ਤੇ ਪਰ ਦੂਸਰੇ ਪਾਸੇ ਜਿਹੜੇ ਸੁਨੀਲ ਜਾਖੜ ਹੋਣੀ ਆ ਉਹ ਇਹ ਕਹਿ ਰਹੇ ਆ ਬਾਰ-ਬਾਰ ਕਿ ਜੇ ਸਮੁੱਚੇ ਪੰਜਾਬ ਨੂੰ ਮੰਡੀ ਐਲਾਨ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਜਿਹੜੇ ਛੋਟੇ ਵਪਾਰੀ ਆ ਉਹਨਾਂ ਨੂੰ ਹੋਰ ਟੈਕਸ ਲੱਗੇਗਾ। ਮਤਲਬ ਵੱਖਰੀ ਤਰ੍ਹਾਂ ਦੀ ਪ੍ਰਸਥਿਤੀਆਂ ਜਿਹੜੀਆਂ ਬਣੀਆਂ ਹੋਈਆਂ। ਅਸਲ ਗੱਲ ਤਾਂ ਇਹ ਹੈ ਕਿ ਜਿਹੜਾ ਕਿਸਾਨੀ ਨੂੰ ਕਿੱਦਾਂ ਉਹਨੂੰ ਸੁਰੱਖਿਆ ਦਿੱਤੀ ਜਾਵੇ, ਉਹਨਾਂ ਦੇ ਹਿੱਤਾਂ ਦਾ ਕਿੱਦਾਂ ਰਾਖੀ ਕੀਤੀ ਜਾਵੇ, ਉਹਨਾਂ ਦੀ ਜਿਹੜੀ MSP ਦੀ ਗੱਲ ਜਿਹੜੀ ਬਾਰ-ਬਾਰ ਉੱਠ ਰਹੀ ਹੈ ਇਹ ਠੀਕ ਹੈ। ਹੁਣ ਭਗਵੰਤ ਮਾਨ ਹੋਣੀ ਵੀ ਕਹਿੰਦੇ ਕਿ MSP ਦੀ ਗਰੰਟੀ ਪੰਜਾਬ ਸਰਕਾਰ ਕਰੇ। ਪੰਜਾਬ ਸਰਕਾਰ ਗਰੰਟੀ ਉਨੀ ਨਹੀਂ ਕਰ ਸਕਦੀ ਕਿਉਂਕਿ ਜਿਹੜੀ ਸਾਰੀ ਕਣਕ ਖਰੀਦੀ ਜਾਂਦੀ ਹੈ ਉਹ ਕੇਂਦਰ ਦੇ ਭੰਡਾਰਾਂ ਲਈ ਹੀ ਖਰੀਦੀ ਜਾਂਦੀ ਹੈ ਔਰ ਕੇਂਦਰ ਉਹਦੇ ਲਈ ਬਕਾਇਦਾ ਜਿਹੜਾ ਹੈ ਪੈਸੇ ਦਿੰਦਾ ਹੈ ਪੰਜਾਬ ਸਰਕਾਰ ਨੂੰ। ਉਹਨਾਂ ਪੈਸਿਆਂ ਦੇ ਰਾਹੀਂ ਉਹ ਸਾਰਾ ਕੁਝ ਜਿਹੜੀ ਹੈ ਮੰਡੀ ਦੀ ਜਿਹੜਾ ਕਾਰਵਾਈ ਆ ਉਹ ਚੱਲਦੀ ਹੈਗੀ ਆ, ਉੱਥੇ ਜਿਹੜੀ ਖਰੀਦ ਏਜੰਸੀਆਂ ਵੱਲੋਂ ਕੀਤੀ ਜਾਂਦੀ ਹੈਗੀ ਹੈ। ਪਰ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲਾਂ ਵੀ ਜਿਹੜੀ 2 ਫਸਲਾਂ ਹੈ ਜਿਹੜੀਆਂ ਉਹਨਾਂ 'ਤੇ ਹੀ ਸਿਰਫ ਜਿਹੜੀ ਹੈ MSP ਮਿਲਦੀ ਹੈਗੀ ਹੈ। ਬਾਕੀ ਜਿਹੜੀਆਂ ਫਸਲਾਂ 'ਤੇ MSP ਤਾਂ ਹੁੰਦੀ ਹੈ ਪਰ ਉਹਨੂੰ ਯਕੀਨੀ ਨਹੀਂ ਬਣਾਇਆ ਜਾਂਦਾ। ਉਹਦੇ ਵਿੱਚ ਉਹ ਮੰਡੀ 'ਚ ਫਸਲ ਆ ਜਾਂਦੀ ਹੈ ਪਰ ਕਿਸਾਨਾਂ ਨੂੰ ਮਜਬੂਰ ਹੋ ਕੇ ਜਿਹੜੀ ਮੰਡੀ 'ਚ ਕੀਮਤ ਮਿਲਦੀ ਆ ਉਹਦੇ 'ਤੇ ਵੇਚਣੀਆਂ ਪੈਂਦੀਆਂ ਹੈਗੀਆਂ। ਜਿਸ ਤਰ੍ਹਾਂ ਅਸੀਂ ਉਹ ਦੇਖਿਆ ਕਿ ਮੱਕੀ ਦੇ ਮਾਮਲੇ ਵਿੱਚ, ਨਰਮੇ ਦੇ ਮਾਮਲੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੈਗਾ। ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ MSP ਬਾਰੇ? ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ MSP ਦੀ ਗਰੰਟੀ ਪੰਜਾਬ ਸਰਕਾਰ ਕਰੇ, ਕੀ ਪੰਜਾਬ ਸਰਕਾਰ ਕਰਨ ਦੀ ਇਸ ਸਥਿਤੀ ਵਿੱਚ ਹੈ? ਬਲਬੀਰ ਜੀ, ਪੰਜਾਬ ਸਰਕਾਰ ਬਿਲਕੁਲ ਵੀ ਇਸ ਸਥਿਤੀ 'ਚ ਨਹੀਂ ਹੈ ਔਰ ਪੰਜਾਬ ਸਰਕਾਰ ਖਰੀਦੇ ਵੀ ਕਿਉਂ? ਕਿਉਂਕਿ ਉਹ ਕੇਂਦਰੀ ਪੂਲ ਲਈ ਖਰੀਦ ਰਹੀ ਹੈ।
ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕਣਕ ਤੇ ਝੋਨੇ ਦਾ ਜਿਹੜਾ ਫਸਲੀ ਚੱਕਰ ਚੱਲਿਆ ਉਹ ਦੇਸ਼ ਦੀ ਭੁੱਖ ਮਿਟਾਉਣ ਲਈ ਚੱਲਿਆ ਔਰ ਇਸ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬ ਨੇ ਆਪਣਾ ਪਾਣੀ ਵੀ ਬਰਬਾਦ ਕੀਤਾ ਹੈ, ਆਪਣਾ ਵਾਤਾਵਰਨ ਵੀ ਪਲੀਤ ਕੀਤਾ ਹੈ ਤੇ ਕਿਸਾਨੀ ਨੂੰ ਵੀ ਡੋਬਿਆ। ਪਰ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਇਸ ਜਿਹੜਾ ਸਾਰੇ ਗ੍ਰੀਨ ਰੈਵੋਲੂਸ਼ਨ ਨੂੰ ਲਿਆਂਦਾ ਹੈ ਤੇ ਸਾਰੇ ਮੁਲਕ ਦਾ ਢਿੱਡ ਭਰਿਆ। ਤੇ ਕੇਂਦਰ ਸਰਕਾਰ ਵੱਲੋਂ ਜਿਹੜੀ CCL ਜਾਰੀ ਕੀਤੀ ਜਾਂਦੀ ਹੈ ਉਹ ਇਸੇ ਲਈ ਜਾਰੀ ਕੀਤੀ ਜਾਂਦੀ ਹੈ ਕਿ ਉਹ ਕੇਂਦਰ ਦੀ ਫੂਡ ਸਿਕਿਉਰਿਟੀ ਲਈ ਜਿਹੜਾ ਪੰਜਾਬ ਸਰਕਾਰ ਇਹ ਫਸਲਾਂ MSP ਤੇ ਖਰੀਦੇ। ਜਿੱਥੋਂ ਤੱਕ MSP ਦੇ ਉੱਤੇ ਬਾਕੀ ਫਸਲਾਂ ਦਾ ਸੰਬੰਧ ਹੈ, ਇਹ ਬਲਵੀਰ ਜੀ ਤੁਸੀਂ ਜਾਣਦੇ ਹੋ ਕਿ ਭਾਵੇਂ MSP ਐਲਾਨੀ ਜਾਂਦੀ ਹੈ ਪਰ MSP ਦੇ ਉੱਤੇ ਉਹਦੀ ਖਰੀਦ ਨਹੀਂ ਕੀਤੀ ਜਾਂਦੀ ਕਿਉਂਕਿ ਮਾਰਕੀਟ ਫੋਰਸਿਸ ਤੇ ਨਿਰਭਰ ਹੈ। ਸੋ ਇਸ ਕਰਕੇ ਜਿਹੜਾ ਅਸੀਂ ਦੇਖ ਸਕਦੇ ਹਾਂ ਕਿ ਅੱਜ ਪੰਜਾਬ ਦੇ ਵਿੱਚ ਬਾਹਰੋਂ ਟਰੱਕ ਆ ਰਹੇ ਨੇ, ਉਹ UP ਤੋਂ ਵੀ ਆ ਰਹੇ ਨੇ, ਬਿਹਾਰ ਤੋਂ ਵੀ ਆ ਰਹੇ ਨੇ। ਉਹਦੀ ਵਜ੍ਹਾ ਸਿਰਫ ਇਹੀ ਹੈ ਕਿ ਉੱਥੇ MSP ਤਾਂ ਐਲਾਨੀ ਹੋਈ ਹੈ ਪਰ MSP ਤੇ ਖਰੀਦ ਨਹੀਂ ਹੋ ਰਹੀ ਕਿਉਂਕਿ ਪੰਜਾਬ ਦੇ ਵਿੱਚ ਮੰਡੀਆਂ ਦਾ ਇੰਨਾ ਜਿਹੜਾ ਵਿਕਸਿਤ ਢਾਂਚਾ ਪੰਜਾਬ ਤੇ ਹਰਿਆਣਾ ਨੇ ਡਿਵੈਲਪ ਕੀਤਾ ਆਫਟਰ ਗ੍ਰੀਨ ਰੈਵੋਲੂਸ਼ਨ, ਉਹ ਕਿਸੇ ਹੋਰ ਸਟੇਟ ਨੇ ਇੰਨਾ ਡਿਵੈਲਪ ਨਹੀਂ ਹੋਇਆ। ਜਿਸ ਕਾਰਨ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਨੇ ਤਰੱਕੀ ਵੀ ਕੀਤੀ ਹੈ ਔਰ ਪੰਜਾਬ ਦੀ ਆਰਥਿਕ ਤਰੱਕੀ ਵੀ ਹੋਈ ਹੈ ਔਰ ਨਾ ਸਿਰਫ ਕਿਸਾਨਾਂ ਨੇ ਬਲਕਿ ਕਿਸਾਨੀ ਦੇ ਨਾਲ ਪਿੰਡਾਂ ਦਾ ਵੀ ਵਿਕਾਸ ਹੋਇਆ ਤੇ ਕਿਸਾਨੀ ਦੇ ਨਾਲ ਜੁੜੇ ਹੋਏ ਜਿਹੜੇ ਹੋਰ ਧੰਦੇ ਨੇ ਉਹਨਾਂ ਦਾ ਵੀ ਬਹੁਤ ਵਿਕਾਸ ਹੋਇਆ, ਜਿਸ ਕਾਰਨ ਪੰਜਾਬ ਦੀ ਤੇ ਬਾਕੀ ਸੂਬਿਆਂ ਦੇ ਬਨਸਬਤ ਪੰਜਾਬ ਤੇ ਹਰਿਆਣਾ ਦੀ ਗਣਾਤਮਕ ਪੱਖੋਂ ਕੁਆਲੀਟੇਟਿਵ ਜਿਹੜੀ ਤਬਦੀਲੀ ਦੇਖਣ ਨੂੰ ਮਿਲਦੀ ਹੈ। ਜੀ ਤਾਂ ਉਹਦੇ ਵਿੱਚ ਚੰਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਬਾਹਰੋਂ ਵੀ ਬਹੁਤ ਵੱਡੇ ਪੱਧਰ ਤੇ ਕਣਕ ਆ ਰਹੀ। ਪਿਛਲੇ ਦਿਨਾਂ 'ਚ ਕਿਸਾਨ ਜਥੇਬੰਦੀਆਂ ਨੇ ਵੀ ਉਹ ਬਹੁਤ ਸਾਰੇ ਟਰੱਕ ਫੜੇ ਰੋਕੇ ਔਰ ਇਹਦਾ ਮਤਲਬ ਤਾਂ ਇਹ ਹੈ ਕਿ ਜੇ ਹੁਣ ਕਿਸਾਨ ਸੰਘਰਸ਼ ਨਾ ਚੱਲਦਾ ਹੋਵੇ ਤਾਂ ਇਹਦਾ ਮਤਲਬ ਕਿ ਉਹ ਆਣ ਕੇ ਕਣਕ ਇੱਥੇ ਵਿਕਦੀ ਰਹਿੰਦੀ ਹੈ। ਬਿਲਕੁਲ ਜੀ, ਇਹ ਤਾਂ ਕਿਸਾਨ ਸੰਘਰਸ਼ ਕਰਕੇ ਇਹ ਇਸ਼ੂ ਜਿਹੜਾ ਹੈਗਾ ਸਾਹਮਣੇ ਆਇਆ ਕਿਉਂਕਿ ਟਰੱਕ ਰੋਕ ਲਏ ਗਏ ਨੇ। ਜੀ ਜਿੱਥੋਂ ਤੱਕ ਬਲਵੀਰ ਜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਮੁੱਚੇ ਪੰਜਾਬ ਨੂੰ ਮੰਡੀ ਐਲਾਨਣ ਦੀ ਗੱਲ ਹੈ, ਇਸ ਸੰਬੰਧੀ ਜਾਖੜ ਸਾਹਿਬ ਨੇ ਬੜਾ ਸਪਸ਼ਟ ਕੀਤਾ ਹੈ ਕਿ ਜੇ ਸਾਰੇ ਪੰਜਾਬ ਨੂੰ ਹੀ ਮੰਡੀ ਐਲਾਨ ਦਿੱਤਾ ਜਾਂਦਾ ਹੈ ਤਾਂ ਇਹਦਾ ਕੋਈ ਫਾਇਦਾ ਨਹੀਂ ਹੋਣਾ, ਸਗੋਂ ਨੁਕਸਾਨ ਵੱਧ ਹੋਣਾ ਹੈ। ਕਿਉਂਕਿ ਉਹਦੇ ਨਾਲ ਜਿਹੜਾ ਸਮੁੱਚਾ ਵਪਾਰੀ ਵਰਗ ਹੈ, ਛੋਟਾ ਦੁਕਾਨਦਾਰ ਹੈ, ਉਹ ਸਾਰਾ ਟੈਕਸ ਦੇ ਘੇਰੇ ਵਿੱਚ ਆ ਜਾਏਗਾ। ਨਾਲੇ ਉਹ ਐਲਾਨਣ ਦੀ ਲੋੜ ਤਾਂ ਪਵੇ ਜੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਵਿਕਸਿਤ ਕੋਈ ਮੰਡੀ ਨਾ ਹੋਵੇ। ਪੰਜਾਬ ਦੇ ਤੇ ਹਰਿਆਣੇ ਦੇ ਵਿੱਚ ਬਹੁਤ ਵੱਡੀ ਵਿਕਸਿਤ ਜਿਹੜਾ ਮੰਡੀ ਦਾ ਆਧਾਰਭੂਤ ਢਾਂਚਾ ਹੈ ਔਰ ਉਹ ਬੜੀ ਕਾਮਯਾਬੀ ਨਾਲ ਚੱਲ ਰਿਹਾ। ਸੋ ਉਸ ਨੂੰ ਚੱਲਦੇ ਨੂੰ ਉਹਨੂੰ ਖਤਮ ਕਰਨ ਦੀ ਤਾਂ ਕੋਈ ਜਿਹੜੀ ਲੌਜਿਕ ਨਜ਼ਰ ਨਹੀਂ ਆਉਂਦਾ ਮੈਨੂੰ। ਚਰਨਜੀਤ ਜੀ ਆਪਣਾ ਇੱਥੇ ਹੋ ਗਿਆ ਬ੍ਰੇਕ ਦਾ ਟਾਈਮ, ਅਸੀਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਜਿਸ ਤਰ੍ਹਾਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਜਿਹੜੇ ਕੇਂਦਰ ਵੱਲੋਂ ਲਿਆਂਦੇ ਗਏ 3 ਖੇਤੀ ਬਿੱਲਾਂ ਦੇ ਬਦਲ ਵਜੋਂ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਔਰ ਉਸ ਦੇ ਉੱਤੇ ਉਸ ਦਿਨ ਰਾਜਸੀ ਪਾਰਟੀਆਂ ਵੱਲੋਂ ਏਕਤਾ ਦਿਖਾਉਣ ਤੋਂ ਬਾਅਦ ਕੱਲ੍ਹ ਜੋ ਕੁਝ ਉਹਨਾਂ ਦੇ ਬਿਆਨਬਾਜ਼ੀ ਹੋਈ ਹੈ ਔਰ ਜਿਸ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਉਹਨਾਂ ਦੀ ਸਖਤ ਆਲੋਚਨਾ ਕੀਤੀ ਹੈ ਕਿ ਤੁਸੀਂ ਕੱਲ੍ਹ ਇਹਨਾਂ ਬਿੱਲਾਂ ਦਾ ਸਪੋਰਟ ਕੀਤਾ, ਅੱਜ ਤੁਸੀਂ ਆਮ ਆਦਮੀ ਪਾਰਟੀ ਉਹਨੂੰ ਕਾਗਜ਼ ਦਾ ਟੁਕੜਾ ਕਹਿ ਰਹੀ ਹੈ, ਅਰਵਿੰਦ ਕੇਜਰੀਵਾਲ ਉਹਨੂੰ ਡਰਾਮਾ ਕਹਿ ਰਿਹਾ ਹੈ। ਇਸ ਤਰ੍ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਇਹ ਕਹੀ ਜਾ ਰਿਹਾ ਹੈ ਕਿ ਇਹ ਜਿਸ ਤਰ੍ਹਾਂ ਬਿੱਲ ਲਿਆਂਦੇ ਗਏ ਹੈ ਇਸ ਨਾਲ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਹ ਉਹਨੂੰ ਖੁੰਡਾ ਹੋਏਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੇ ਹੀ ਜਿਹੜੇ ਲੀਡਰ ਸੀਗੇ ਇਹਨਾਂ ਨੇ ਉੱਥੇ ਬਕਾਇਦਾ ਸਦਨ ਦੇ ਵਿੱਚ ਬੋਲ ਕੇ ਉਹਨਾਂ ਬਿੱਲਾਂ ਦੀ ਹਮਾਇਤ ਕੀਤੀ ਹੈ ਤੇ ਹੁਣ ਉਹਨਾਂ ਬਿੱਲਾਂ ਦੇ ਬਾਰੇ ਹੀ ਇਸ ਤਰ੍ਹਾਂ ਦੀ ਜਿਹੜੀ ਰਾਏ ਹੈ ਬਾਹਰ ਪ੍ਰਗਟ ਕੀਤੀ ਜਾ ਰਹੀ ਹੈ। ਇਸ ਤੋਂ ਬੜਾ ਸਪਸ਼ਟ ਹੈ ਕਿ ਇਹ ਜਿਹੜੇ ਰਾਜਸੀ ਪਾਰਟੀਆਂ ਇਹ ਕਿਸਾਨ ਹਿੱਤ ਵੀ ਉਨੇ ਪਿਆਰੇ ਨਹੀਂ ਇਹਨਾਂ ਨੂੰ ਲੱਗਦੇ, ਪੰਜਾਬ ਹਿੱਤ ਵੀ ਪਿਆਰੇ ਨਹੀਂ ਲੱਗਦੇ ਤੇ ਜਿਹੜਾ ਵੋਟ ਬੈਂਕ ਹੈ ਉਹ ਜ਼ਿਆਦਾ ਪਿਆਰਾ ਲੱਗਦਾ ਤੇ ਉਸੇ ਨੂੰ ਮੱਦੇ ਨਜ਼ਰ ਰੱਖ ਕੇ ਇਹ ਸਾਰੀ ਬਿਆਨਬਾਜ਼ੀ ਹੋ ਰਹੀ ਹੈ। ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ 31 ਦੇ ਕਰੀਬ ਜਿਹੜੀਆਂ ਸੰਘਰਸ਼ ਕਰ ਰਹੀਆਂ ਪੰਜਾਬ 'ਚ ਉਹਨਾਂ ਨੇ ਇਹਨਾਂ ਬਿੱਲਾਂ ਨੂੰ ਦਾ ਸਵਾਗਤ ਕੀਤਾ। ਉਹਨਾਂ ਦਾ ਇਹ ਜ਼ਰੂਰ ਹੈ ਕਿ ਉਹਨਾਂ ਦੀਆਂ ਉਮੀਦਾਂ ਮੁਤਾਬਕ ਪੂਰੇ ਨਹੀਂ ਉਤਰੇ ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਉਹਨਾਂ ਲਈ ਬਹੁਤ ਵੱਡੀ ਹਮਾਇਤ ਹੈ, ਬਹੁਤ ਵੱਡੀ ਉਹਨਾਂ ਦੀ ਸਪੋਰਟ ਹੋਈ ਹੈ। ਇਹਦੇ ਨਾਲ ਜਿਹੜਾ ਸੰਘਰਸ਼ ਕਰ ਰਹੇ ਆ ਕਿਸਾਨ ਉਹਨਾਂ ਦਾ ਹੌਸਲਾ ਵੀ ਬੁਲੰਦ ਹੋਇਆ ਕਿ ਪੰਜਾਬ ਸਰਕਾਰ ਸਾਡੀ ਪਿੱਠ ਤੇ ਆਣ ਕੇ
ਖੜੀ ਹੈ, ਜਾਂ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਇਹ ਕਿਹਾ ਸੀਗਾ ਕਿ ਅਸੀਂ ਅਲਟੀਮੇਟਮ ਹੈ, ਜੇ ਤੁਸੀਂ ਨਾ ਕੀਤਾ ਤਾਂ ਅਸੀਂ ਇੱਥੇ ਵੀ ਘਿਰਾਓ ਕਰਾਂਗੇ, ਤਾਂ ਉਹਨਾਂ ਦੇ ਅਲਟੀਮੇਟਮ ਤੋਂ ਪਹਿਲਾਂ ਹੀ ਸਰਕਾਰ ਨੇ ਉਹਨਾਂ ਦੀ ਹਮਾਇਤ ਕੀਤੀ ਹੈ। ਤੇ ਤੁਸੀਂ ਇਹਦੇ ਬਾਰੇ ਚਰਨਜੀਤ ਜੀ ਕੀ ਕਹਿਣਾ ਚਾਹੁੰਦੇ ਹੋ? ਬਲਬੀਰ ਜੀ, ਇੱਕ ਗੱਲ ਸਮਝਣ ਦੀ ਗੱਲ ਹੈ ਕਿ ਮੌਜੂਦਾ ਬਿੱਲਾਂ ਦੇ ਅਗੇਂਸਟ ਜਿਹੜਾ ਸੰਘਰਸ਼ ਹੈ ਉਹ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਜੀ ਜੀ, ਤੇ ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਨੇ ਏਜੰਡਾ ਫੋਰਸ ਕੀਤਾ ਹੋਇਆ ਜੀ ਜੀ, ਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਇਹ ਰਾਜਨੀਤੀ ਕਰ ਰਹੀਆਂ ਨੇ ਜੀ, ਤੇ ਜਿਹੜਾ ਸਾਰਾ ਘਟਨਾਕ੍ਰਮ ਹੈ ਇਹਨੂੰ ਇਸ ਜਿਹੜਾ ਕੰਟੈਕਸਟ ਜਾਂ ਵਿਰੋਧਾਭਾਸ 'ਚ ਦੇਖਣ ਦੀ ਲੋੜ ਹੈ ਜੀ। ਤੇ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ ਕਿ ਮਜੀਠੀਆ ਸਾਹਿਬ ਇਹ ਕਹਿ ਰਹੇ ਨੇ ਕਿ ਜਿਹੜਾ ਇਹ ਬਿੱਲ ਨੇ ਲਿਆਂਦੇ ਗਏ ਜੀ ਜੀ, ਇਹ ਕਿਸਾਨੀ ਸੰਘਰਸ਼ ਨੂੰ ਖੁੰਡਾ ਕਰਨਗੇ, ਇਹ ਆਪਣੇ ਆਪ ਦੇ ਵਿੱਚ ਹੀ ਹਾਸੋਹੀਣਾ ਹੈ। ਕਿਉਂਕਿ ਇੱਕ ਪਾਸੇ ਤਾਂ ਤੁਸੀਂ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਹੋ ਜੀ, ਨਾਲ ਜਾ ਰਹੇ ਹੋ, ਤੇ ਤੁਸੀਂ ਗਵਰਨਰ ਸਾਹਿਬ ਨੂੰ ਵੀ ਮਿਲ ਕੇ ਕਹਿ ਰਹੇ ਹੋ ਕਿ ਅਸੀਂ ਇਸ ਬਿੱਲ ਦੀ ਹਮਾਇਤ ਕਰਦੇ ਹਾਂ ਤੇ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਹਾਂ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਿਸਾਨੀ ਸੰਘਰਸ਼ ਨੂੰ ਖੁੰਡਾ ਕਰਨਗੇ। ਦਰਅਸਲ ਗੱਲ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਪੰਜਾਬੀ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਹੈ ਤਾਂ ਰਾਜਨੀਤਿਕ ਪਾਰਟੀਆਂ ਆਪਣਾ ਆਪਣਾ ਏਜੰਡਾ ਚਲਾ ਰਹੀਆਂ, ਜੀ ਜੀ, ਮਜਬੂਰੀ 'ਚ ਚਲਾ ਰਹੀਆਂ ਨੇ ਜੀ ਜੀ, ਤੇ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਦੱਸਦਾ ਕਿ ਇਸ ਰਾਜਨੀਤਿਕ ਜਿਹੜੀ ਸ਼ਤਰੰਜ ਹੈ ਇਹਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਪਿੰਡਾਂ ਦੇ ਵਿੱਚ ਕਿ ਮਹਾਰਾਜਾ ਸਾਹਿਬ ਇਹਨੂੰ ਸੀਪ ਲਾ ਗਏ ਜੀ ਜੀ, ਤੇ ਉਹ ਸੀਪ ਲਾਉਣ ਤੋਂ ਤੜਫੇ ਹੋਏ ਨੇ, ਕਿਉਂਕਿ ਨਾ ਤਾਂ ਇਹ ਕੁਝ ਕਰ ਸਕਦੇ ਨੇ। ਨੰਬਰ 1 ਤਾਂ ਇਹ ਹੈ ਕਿ ਇਹ ਜਿਹੜਾ ਅਜੇ ਤੱਕ ਜਿਹੜਾ ਸੰਘਰਸ਼ ਚੱਲਿਆ ਉਹਦੇ 'ਚ ਕੋਈ ਧਿਰ ਨਹੀਂ ਬਣੇ, ਮੁੱਖ ਧਿਰ। ਜੀ ਜੀ, ਇੱਕ ਇਹਨਾਂ ਨੇ ਜ਼ਰੂਰ ਟਰੈਕਟਰ ਮਾਰਚ ਕੱਢਿਆ ਔਰ ਉਹ ਵੀ ਸਿੰਬੋਲਿਕ ਸੀਗਾ, ਜੀ ਜੀ, ਭਾਵੇਂ ਕਿ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਲ ਹੋਏ ਨੇ। ਇਸੇ ਤਰ੍ਹਾਂ ਕਾਂਗਰਸ ਨੇ ਕੀਤਾ ਹੈ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕਰ ਰਹੀ ਹੈ। ਜੀ ਜੀ, ਤੇ ਆਮ ਆਦਮੀ ਪਾਰਟੀ ਜਿਹੜੀ ਕਹਿ ਰਹੀ ਹੈ ਕਿ ਵੀ MSP ਤੇ ਪੰਜਾਬ ਸਰਕਾਰ ਖਰੀਦੇ, ਕਿ ਉਹ ਦਿੱਲੀ ਸਰਕਾਰ ਨੂੰ ਵੀ ਇਹੀ ਗੱਲ ਕਹਿ ਰਹੇ ਨੇ ਜੀ ਜੀ, ਕਿ ਉੱਥੇ MSP ਤੇ ਖਰੀਦ ਲਵੇ। ਸੋ ਇਹ ਜਿਹੜੀਆਂ ਇਹਨਾਂ ਦੀਆਂ ਸਟੈਂਡਾਂ ਦੇ ਵਿੱਚ ਵਖਰੇਵਾਂ ਹੈ ਉਹ ਇਹ ਦੱਸ ਰਿਹਾ ਹੈ ਕਿ ਇਹਨਾਂ ਦੀਆਂ ਰਾਜਨੀਤਿਕ ਮਜਬੂਰੀਆਂ ਨੇ ਕਿਸਾਨ ਅੰਦੋਲਨ ਨੂੰ ਸਪੋਰਟ ਕਰਨਾ, ਅਦਰਵਾਈਜ਼ ਇਹਨਾਂ ਦੀ ਸੋਚ 'ਚ ਕੋਈ ਬੜਾ ਅੰਤਰ ਨਹੀਂ ਹੈ। ਪਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਚਰਨਜੀਤ ਜੀ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਇਹ ਬਿੱਲ ਪਾਸ ਕੀਤੇ ਹੈ ਔਰ ਰਾਜਪਾਲ ਨੂੰ ਭੇਜਿਆ, ਰਾਜਪਾਲ ਨੂੰ ਇਸ ਗੱਲ ਦੀ ਬੇਨਤੀ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਰਾਸ਼ਟਰਪਤੀ ਕੋਲ ਭੇਜੋ, ਭਾਵੇਂ ਕਿ ਜਿਹੜਾ ਉਹਦਾ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹਦੇ ਵਿੱਚ ਰਾਸ਼ਟਰਪਤੀ ਨੇ ਉਹ ਬਿੱਲ ਹੋਮ ਮਿਨਿਸਟਰੀ ਨੂੰ ਭੇਜਣਾ ਹੁੰਦਾ, ਹੋਮ ਮਿਨਿਸਟਰੀ ਨੇ ਉਹਦੇ 'ਤੇ ਕੇਂਦਰੀ ਕੈਬਨਿਟ ਦੀ ਰਾਏ ਲੈਣੀ ਹੁੰਦੀ ਹੈ, ਤਾਂ ਫਿਰ ਉਹਦੇ 'ਤੇ ਰਾਸ਼ਟਰਪਤੀ ਅੱਗੇ ਕੁਝ ਕਰਦਾ ਜਾਂ ਰਾਸ਼ਟਰਪਤੀ ਸੁਪਰੀਮ ਕੋਰਟ ਨੂੰ ਭੇਜ ਸਕਦਾ। ਪਰ ਇਹ ਸਾਰੀ ਸਥਿਤੀ 'ਚ ਹੁਣ ਇਹ ਸਾਰੇ ਬਿੱਲ ਅੱਗੇ ਕਿਸ ਤਰ੍ਹਾਂ ਵੱਧਦੇ ਆ ਉਹ ਤਾਂ ਠੀਕ ਹੈਗਾ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹਦੇ ਨਾਲ ਜਿਹੜਾ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਦਾ ਦੋ ਮੁਹਾਜ਼ਾਂ 'ਤੇ ਟਕਰਾਅ ਬਣਿਆ ਹੋਇਆ ਸੀ। ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਨਾਲ ਉਹ ਟੱਕਰ ਲੈ ਰਹੀਆਂ ਸੀ ਕਿ ਜਿਸ ਤਰ੍ਹਾਂ ਪਹਿਲਾਂ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਅਸੀਂ ਜਿੱਦਣ ਵਿਧਾਨ ਸਭਾ ਦਾ ਇਜਲਾਸ ਹੋਏਗਾ ਉਦੋਂ ਧਰਨਾ ਦੇਵਾਂਗੇ, ਪਰ ਉਹ ਕਿਉਂਕਿ ਜਿਹੜੀ ਪੰਜਾਬ ਸਰਕਾਰ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਉਹ ਧਰਨਾ ਮੁਲਤਵੀ ਕਰ ਦਿੱਤਾ। ਔਰ ਇਹ ਹੁਣ ਜਿਹੜੀ ਸਥਿਤੀ ਸਾਰੀ ਬਣੀ ਹੈ ਉਹਦੇ ਵਿੱਚ ਸਮੁੱਚਾ ਪੰਜਾਬ ਜਿਹੜਾ ਹੈ ਇੱਕ ਪਾਸੇ ਉਹ ਬਿੱਲਾਂ ਦੇ ਮਾਮਲੇ ਦੇ ਉੱਤੇ, ਭਾਵੇਂ ਬਾਕੀ ਥਾਵਾਂ 'ਤੇ ਰਾਜਨੀਤੀ ਹੋ ਰਹੀ ਹੈ ਪਰ ਉਹਨਾਂ ਮਾਮਲਿਆਂ ਦੇ ਉੱਤੇ ਇੱਕ ਮੁੱਠ ਹੈ, ਤੇ ਸਿੱਧੀ ਹੁਣ ਜਿਹੜੀ ਟੱਕਰ ਹੈਗੀ ਹੈ ਕਿਸਾਨ ਅੰਦੋਲਨ ਦੀ ਉਹ ਕੇਂਦਰ ਸਰਕਾਰ ਨਾਲ ਬਣ ਗਈ ਹੈ। ਤੇ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਪਾਲੇ ਵਿੱਚ ਜਦੋਂ ਗੇਂਦ ਗਈ ਹੈ ਤਾਂ ਉਹ ਇਸ ਨੂੰ ਕਿਸ ਤਰ੍ਹਾਂ ਜਿਹੜਾ ਇਹਦੇ ਨਾਲ ਵਿਵਹਾਰ ਕਰਦੀ ਹੈ, ਕਿਸ ਤਰ੍ਹਾਂ ਦਾ ਇਹਦੇ ਤੇ ਬਾਰੇ ਉਹ ਸੋਚਦੀ ਹੈ, ਕਿਸ ਤਰ੍ਹਾਂ ਦੀ ਉਹਦੇ 'ਤੇ ਇਹਦੀ ਪਹੁੰਚ ਬਣਦੀ ਹੈ। ਪਰ ਦੂਸਰੇ ਪਾਸੇ ਚਰਨਜੀਤ ਅਸੀਂ ਦੇਖਦੇ ਹਾਂ ਕਿ ਸਮੁੱਚੇ ਹਿੰਦੁਸਤਾਨ 'ਚ 250 ਕਿਸਾਨ ਜਥੇਬੰਦੀਆਂ ਔਰ ਉਹ ਸਾਰੀਆਂ ਜਥੇਬੰਦੀਆਂ ਇੱਕ ਮੰਚ 'ਤੇ ਆ ਔਰ ਉਹਨਾਂ ਨੇ ਵੀ ਜਿਹੜਾ ਹੈਗਾ ਬਕਾਇਦਾ 5 ਨਵੰਬਰ ਨੂੰ ਜਿਹੜਾ ਸੱਦਾ ਦਿੱਤਾ ਹੋਇਆ, ਫਿਰ 26-27 ਨਵੰਬਰ ਦਾ ਦਿੱਲੀ ਧਰਨਾ ਦੇਣ ਦਾ, ਮਾਰਚ ਕਰਨ ਦਾ ਸੱਦਾ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਅੰਦੋਲਨ ਕੌਮੀ ਪੱਧਰ ਤੇ ਹੁਣ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰ ਸਕਦਾ? ਬਲਬੀਰ ਜੀ, ਤੁਹਾਡਾ ਬਹੁਤ ਵਧੀਆ ਇਹ ਜਿਹੜਾ ਸਵਾਲ ਹੈ। ਇਹ ਐਕਚੁਅਲੀ ਕੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਸੰਘਰਸ਼ ਕੀਤਾ ਹੈ, ਇਸ ਸੰਘਰਸ਼ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ। ਨੰਬਰ 1 ਤਾਂ ਕਿ ਪੰਜਾਬ ਅਜੇ ਵੀ ਪੰਜਾਬ ਹੈ ਤੇ ਪੰਜਾਬ ਦੇ ਵਿੱਚ ਪੰਜਾਬੀ ਅਣਖ ਉਹ ਜਾਗਦੀ ਹੈ ਜੀ, ਤੇ ਉਹਦੇ 'ਚ ਅਜੇ ਵੀ ਹਿੰਮਤ ਹੈ ਕਿ ਉਹ ਕਿਸੇ ਵੀ ਇਨਜਸਟਿਸ ਦੇ ਖਿਲਾਫ ਲੜ ਸਕਦਾ ਹੈ ਜੀ, ਔਰ ਉਹਨੂੰ ਆਪਣਾ ਇਤਿਹਾਸ ਯਾਦ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨਾਂ ਨੇ ਨੈਸ਼ਨਲ ਪੱਧਰ ਦੇ ਉੱਤੇ ਇਹ ਮੁੱਦਾ ਰੇਜ਼ ਕਰ ਦਿੱਤਾ ਹੈ, ਅਰੇ ਹੁਣ ਐਡੀ ਛੇਤੀ ਇਹ ਖਤਮ ਹੋਣ ਵਾਲਾ ਨਹੀਂ। ਜਿੱਥੋਂ ਤੱਕ ਕਾਨੂੰਨੀ ਬਿੱਲ ਪਾਸ ਕਰਨ ਦੀ ਗੱਲ ਹੈ, ਇਹਦਾ ਬਲਬੀਰ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਇਹਦੇ 'ਚ 2-3
ਜਿਹੜੇ ਹੱਲ ਹੋ ਸਕਦੇ ਨੇ ਜਾਂ ਜਿਹੜੇ 2-3 ਅੱਗੇ ਕੋਰਸ ਆਫ ਐਕਸ਼ਨ ਹੋਣਗੇ, ਉਹ 2-3 ਜਿਵੇਂ ਹੋਣੇ ਨੇ ਉਹ ਆਪਾਂ ਨੂੰ ਸਾਰਾ ਪਤਾ ਹੈ। ਪਰ ਮੁੱਖ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦਾ ਕਿਸਾਨ ਜਥੇਬੰਦੀਆਂ ਦੀ ਪਿੱਠ ਤੇ ਆਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਬਹੁਤ ਪੋਜ਼ਿਟਿਵ ਗੱਲ ਹੈ, ਕਿਉਂਕਿ ਇਹ ਜਿਵੇਂ ਸਿੱਖ ਇਤਿਹਾਸ ਦੇ ਵਿੱਚ ਨਵਾਬ ਮਲੇਰਕੋਟਲਾ ਵੱਲੋਂ ਹਾਅ ਦਾ ਨਾਅਰਾ ਮਾਰਿਆ ਗਿਆ ਸੀ, ਇਹ ਕਿਸਾਨੀ ਸੰਘਰਸ਼ ਦੇ ਲਈ ਹਾਅ ਦਾ ਨਾਅਰਾ ਹੈ ਔਰ ਇਹ ਬੜਾ ਲੰਮਾ ਸਮਾਂ ਕਿਸਾਨੀ ਸੰਘਰਸ਼ ਨੂੰ ਹੁਲਾਰਾ ਦਿੰਦਾ ਰਹੇਗਾ। ਇਸ ਨਾਲ ਜਿਹੜਾ ਹੈ ਕਿ ਕੌਮੀ ਪੱਧਰ ਦੇ ਉੱਤੇ ਵੀ ਬਹੁਤ ਵੱਡਾ ਪ੍ਰਭਾਵ ਪੈਣਾ ਤੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਕਲੀਅਰ ਹੋ ਜਾਣੀ ਹੈ ਕਿ ਜੇ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰ ਸਕਦੀ ਹੈ ਤਾਂ ਉਹ ਵੀ ਆਪਣੀਆਂ ਸਰਕਾਰਾਂ ਨੂੰ ਫੋਰਸ ਕਰ ਸਕਦੇ ਨੇ ਕਿ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਤੇ ਇਹਨੂੰ ਵਾਪਸ ਲਵੇ। ਔਰ ਵੈਸੇ ਵੀ ਬਲਬੀਰ ਜੀ ਇਹ ਕੋਈ ਐਡਾ ਸੌਖਾ ਨਹੀਂ ਹੁੰਦਾ ਕਿ ਜਦੋਂ ਇੱਕ ਵੱਡੇ ਪੱਧਰ ਤੇ ਇੰਨੀ ਪਾਪੂਲੇਸ਼ਨ ਔਰ ਖਾਸ ਤੌਰ ਦੇ ਉੱਤੇ ਜਦੋਂ ਉਹ ਅੰਨਦਾਤਾ ਹੋਵੇ ਤੇ ਮਿਹਨਤਕਸ਼ ਹੋਵੇ, ਜਿਹਦੇ ਨਾਲ ਪੂਰੀ ਇਕਨੋਮੀ ਜੁੜੀ ਹੋਵੇ, ਉਹਦੀਆਂ ਜਿਹੜੀਆਂ ਪੂਰੀਆਂ ਸਮੁੱਚੀਆਂ ਸਹੀ ਮੰਗਾਂ ਨੂੰ ਤੁਸੀਂ ਇਗਨੋਰ ਕਰ ਦਿਓ ਸਿਰਫ ਕੁਝ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ। ਇਹ ਜਿੰਨਾ ਚਿਰ ਤੱਕ ਤਾਂ ਲੁਕਵੇਂ ਤੌਰ ਤੇ ਚੱਲੀ ਗਿਆ ਏਜੰਡਾ, ਪਰ ਹੁਣ ਇਹ ਏਜੰਡਾ ਚੱਲਣਾ ਨਹੀਂ, ਕਿਉਂਕਿ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਤਹੀਆ ਕਰ ਲਿਆ ਕਿ ਉਹਨਾਂ ਕੋਲ ਕਰੋ ਜਾਂ ਮਰੋ ਦੀ ਸਥਿਤੀ ਤੋਂ ਬਿਨਾਂ ਕੋਈ ਰਾਹ ਨਹੀਂ ਬਚਿਆ। ਔਰ ਉਹ ਸਿਰਫ ਆਪਣੀ ਲੜਾਈ ਨਹੀਂ ਲੜ ਰਹੇ, ਉਹ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਲੜਾਈ ਲੜ ਰਹੇ ਨੇ। ਜੀ ਬਿਲਕੁਲ ਠੀਕ ਕਿਹਾ ਤੁਸੀਂ। ਔਰ ਉਹ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਦੇ ਵਿੱਚ ਜਿਹੜਾ ਉਹਦਾ ਮੋਢੀ ਪੰਜਾਬ ਦਾ ਕਿਸਾਨ ਬਣ ਗਿਆ। ਔਰ ਪੰਜਾਬ ਦੇ ਕਿਸਾਨ ਨੇ ਇਹ ਕਹਿਤਾ ਕਿ ਉਹ ਹੁਣ ਕਿਸੇ ਵੀ ਕੀਮਤ ਦੇ ਉੱਤੇ ਇਸ ਨੂੰ ਜਿਹੜਾ ਇਹਦੀ ਲੌਜੀਕਲ ਐਂਡ ਤੱਕ ਇਸ ਲੜਾਈ ਨੂੰ ਲੈ ਕੇ ਜਾਣਗੇ। ਔਰ ਉਸ ਲੌਜੀਕਲ ਲੜਾਈ ਨੂੰ ਲੈ ਕੇ ਜਾਣ ਦੇ ਲਈ 5 ਤਰੀਕ ਨੂੰ ਰਾਸ਼ਟਰੀ ਪੱਧਰ ਦੇ ਉੱਤੇ ਕਿਸਾਨ ਜਥੇਬੰਦੀਆਂ ਦਾ ਦਿੱਲੀ ਵਿੱਚ ਵੀ ਇਕੱਠ ਰੱਖਿਆ। ਔਰ ਪੰਜਾਬ ਸਰਕਾਰ ਦਾ ਉਹਨਾਂ ਦੀ ਪਿੱਠ ਤੇ ਆਉਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ, ਜਿਹੜੀ ਅੱਜ ਤੱਕ ਇਸ ਤਰ੍ਹਾਂ ਕਿਸੇ ਐਜੀਟੇਸ਼ਨ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਆਈ ਨਹੀਂ ਸੀ। ਔਰ ਇਸ ਦਾ ਪੂਰਾ ਕ੍ਰੈਡਿਟ ਮੌਜੂਦਾ ਮੁੱਖ ਮੰਤਰੀ ਸਾਹਿਬ ਨੂੰ ਦੇਣ ਤੋਂ ਬਿਨਾਂ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਅਤਕਤਰੀ ਨਹੀਂ ਹੈ। ਵੈਸੇ ਇਹਦਾ ਪੂਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਜੀ ਕਿ ਉਹ ਕਿਸਾਨਾਂ ਦੇ ਹੱਕ 'ਚ ਆਏ ਨੇ। ਔਰ ਇਹ ਹਾਅ ਦਾ ਨਾਅਰਾ ਬੜਾ ਲੰਮਾ ਸਮਾਂ ਇਸ ਕਿਸਾਨੀ ਸੰਘਰਸ਼ ਦੇ ਵਿੱਚ ਗੂੰਜਦਾ ਰਹੇਗਾ। ਵੈਸੇ ਵੀ ਤੁਸੀਂ ਦੇਖੋ ਨਾ, ਉਹਨਾਂ ਦੀ ਪਾਰਟੀ ਦੇ ਜਿਹੜੇ ਹਾਈ ਕਮਾਂਡ ਵੱਲੋਂ ਪੰਜਾਬ ਦੇ ਇੰਚਾਰਜ ਹੈ ਹਰੀਸ਼ ਰਾਵਤ ਹੋਣੀ, ਉਹਨਾਂ ਵੀ ਕੱਲ੍ਹ ਬਕਾਇਦਾ ਉਹਨਾਂ ਨੂੰ ਜਾ ਕੇ ਉਹਨਾਂ ਦਾ ਸਨਮਾਨ ਕੀਤਾ। ਉਹਨਾਂ ਨੂੰ ਕਿਹਾ ਕਿ ਜੋ ਤੁਸੀਂ ਪਹਿਲ ਕਦਮੀ ਕੀਤੀ ਹੈ ਇਹਦਾ ਕੋਈ ਜਵਾਬ ਨਹੀਂ ਹੈ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਮਿਸਾਲ ਹੈ। ਅਤੇ ਅਸੀਂ ਦੇਖਦੇ ਹਾਂ ਕਿ ਜਿੱਥੇ ਕਾਂਗਰਸ ਦੇ ਜਿਹੜੀਆਂ ਰਾਜ ਹੈਗੇ ਆ, ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹੈਗੀਆਂ, ਉਹਨਾਂ ਨੇ ਇਸ ਪਾਸੇ ਕਦਮ ਵੀ ਪੁੱਟਣੇ ਸ਼ੁਰੂ ਕਰ ਦਿੱਤੇ ਆ। ਜਿਸ ਤਰ੍ਹਾਂ ਹੁਣ ਰਾਜਸਥਾਨ ਸਰਕਾਰ ਹੈ ਜਿਹੜੀ ਅਸ਼ੋਕ ਗਹਿਲੋਤ ਉਹਨਾਂ ਦੀ ਅਗਵਾਈ ਦੇ ਵਿੱਚ, ਉਹਨਾਂ ਨੇ ਵੀ ਆਪਣੀ ਕੈਬਨਿਟ ਮੀਟਿੰਗ ਕਰਕੇ ਇਹਨਾਂ ਬਿੱਲਾਂ ਦੇ ਮਾਮਲੇ ਦੇ ਉੱਤੇ ਵਿਸ਼ੇਸ਼ ਜਿਹੜਾ ਅਜਲਾਸ ਬੁਲਾਉਣ ਦਾ ਫੈਸਲਾ ਕੀਤਾ। ਤੇ ਜੇ ਇਸ ਤਰ੍ਹਾਂ ਬਾਕੀ ਦੀਆਂ ਜਿਹੜੀਆਂ ਗੈਰ ਭਾਜਪਾ ਸਰਕਾਰਾਂ ਹੈਗੀਆਂ ਉਹ ਵੀ ਇਸੇ ਰਾਹ ਤੁਰਦੀਆਂ ਤੇ ਕਿਸਾਨ ਜਥੇਬੰਦੀਆਂ ਉੱਥੇ ਉਹਨਾਂ ਦੇ ਨਾਲ ਖੜ੍ਹਦੀਆਂ, ਜਿਸ ਤਰ੍ਹਾਂ ਕਰਨਾਟਕ ਦੇ ਵਿੱਚ ਜੋ ਕੁਝ ਹੋ ਰਿਹਾ, ਜੋ ਕੁਝ ਤਾਮਿਲਨਾਡੂ 'ਚ ਹੋ ਰਿਹਾ, ਜੋ ਕੁਝ ਕੇਰਲਾ 'ਚ ਹੋ ਰਿਹਾ, ਜੋ ਕੁਝ ਮਹਾਰਾਸ਼ਟਰ 'ਚ ਹੋ ਰਿਹਾ, ਜੋ ਕੁਝ ਹੋਰ ਰਾਜਾਂ ਦੇ ਵਿੱਚ ਯੂਪੀ ਦੇ ਵਿੱਚ ਹੋ ਰਿਹਾ, ਉਹ ਤਾਂ ਉਹਨਾਂ ਸਾਰਿਆਂ ਥਾਵਾਂ ਦੇ ਉੱਤੇ ਜਿਹੜਾ ਜੇ ਸਥਿਤੀ ਬਣਦੀ ਹੈ ਤਾਂ ਕੇਂਦਰ ਨੂੰ ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਉਹਨੂੰ ਸੋਚਣ ਲਈ ਮਜਬੂਰ ਹੋਣਾ ਪਏਗਾ ਕਿ ਇਹ ਜਿਹੜੀ ਸਥਿਤੀ ਹੈ ਇਸ ਨੂੰ ਲੰਮਾ ਸਮਾਂ ਨਹੀਂ ਇਸ ਤਰ੍ਹਾਂ ਬਰਦਾਸ਼ਤ ਕੀਤਾ ਜਾ ਸਕਦਾ। ਔਰ ਅਖੀਰ ਉਹਨਾਂ ਨੂੰ ਇਹਦੇ 'ਤੇ ਕੁਛ ਨਾ ਕੁਛ ਵਿਚਾਰ ਜਿਹੜਾ ਹੈ ਦੁਬਾਰਾ ਕਰਨਾ ਪਏਗਾ। ਅਤੇ ਜੇ ਨਹੀਂ ਹੈ ਤਾਂ ਉਹਦੇ ਵਿੱਚ ਟਕਰਾਅ ਦੀ ਇੱਕ ਐਸੀ ਸਥਿਤੀ ਬਣੇਗੀ ਜਿਹਦੇ ਵਿੱਚ ਕੋਈ ਨਾ ਉਹ ਦੇਸ਼ ਲਈ ਚੰਗੀ ਹੈ, ਨਾ ਉਹ ਕਿਸਾਨਾਂ ਲਈ ਚੰਗੀ ਹੈ, ਨਾ ਉਹ ਰਾਜਾਂ ਲਈ ਚੰਗੀ ਹੈ। ਸੋ ਇਸ ਕਰਕੇ ਇਹ ਸਾਰੀ ਸਥਿਤੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਬਾਕੀ ਪਾਰਟੀਆਂ ਹੈਗੀਆਂ ਉਹ ਵੀ ਇਸ ਪਾਸੇ ਨੂੰ, ਜਿਹੜੀਆਂ ਖੇਤਰੀ ਪਾਰਟੀਆਂ, ਉਹ ਤੁਰਨਗੀਆਂ ਜਾਂ ਇੱਕ ਜਿਸ ਤਰ੍ਹਾਂ ਨੈਸ਼ਨਲ ਲੈਵਲ 'ਤੇ ਕੋਈ ਇੱਦਾਂ ਦਾ ਰਾਜਸੀ ਪਾਰਟੀਆਂ ਦਾ ਵੀ ਫਰੰਟ ਬਣ ਸਕਦਾ? ਬਿਲਕੁਲ ਜੀ, ਜਿਹੜੀ ਸਾਰੀ ਸਮੁੱਚੀ ਸਥਿਤੀ ਬਣ ਰਹੀ ਹੈ ਬਲਬੀਰ ਜੀ, ਉਹ ਇੱਕ ਨਵੀਂ ਰਾਜਨੀਤਿਕ ਸਫਬੰਦੀ ਵੱਲ ਇਸ਼ਾਰਾ ਕਰ ਰਹੀ ਹੈ ਜੀ। ਅਰੇ ਤੁਹਾਨੂੰ ਯਾਦ ਹੋਣਾ ਬਲਬੀਰ ਜੀ ਕਿ ਐਮਰਜੈਂਸੀ ਤੋਂ ਬਾਅਦ ਜਦੋਂ ਸਮੁੱਚੇ ਰਾਜ ਦੇ ਵਿੱਚ, ਸਮੁੱਚੇ ਦੇਸ਼ 'ਚ ਕਾਂਗਰਸ ਦਾ ਰਾਜ ਹੁੰਦਾ ਸੀ, ਉਸ ਦੇ ਖਿਲਾਫ ਵੀ ਜਦੋਂ ਜਨਤਕ ਰੋਹ ਇੰਨਾ ਵੱਧ ਗਿਆ ਕਿ ਉਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ, ਭਾਵੇਂ ਓਰੀਜਨਲ ਪਾਰਟੀਆਂ ਸੀ ਜਾਂ ਗਰੁੱਪ ਸੀਗੇ, ਉਹ ਸਾਰੇ ਕਾਂਗਰਸ ਸਰਕਾਰ ਦੇ ਖਿਲਾਫ ਇਕੱਠੇ ਹੋ ਗਏ। ਔਰ ਜਿਹੜਾ ਮੌਜੂਦਾ ਕਿਸਾਨੀ ਸੰਘਰਸ਼ ਹੈ ਇਹ ਸਾਰੇ ਰਾਜਾਂ 'ਚ ਫੈਲ ਚੁੱਕਿਆ ਔਰ ਵੱਡੇ ਪੱਧਰ 'ਤੇ ਇਹਨੇ ਫੈਲਣਾ ਔਰ ਇਹਨੇ ਮਜਬੂਰ ਕਰ ਦੇਣਾ ਰਾਜਨੀਤਿਕ ਪਾਰਟੀਆਂ ਨੂੰ ਕਿ ਉਹ ਇਸ ਨੂੰ ਆਪਣਾ ਏਜੰਡਾ ਬਣਾਉਣ। ਅਤੇ ਜੇ ਬੀਜੇਪੀ ਸਰਕਾਰ ਇਸ ਦਾ ਵਿਰੋਧ ਕਰਦੀ ਹੈ ਤਾਂ ਇਸ ਦੇ ਖਿਲਾਫ ਰਾਜਨੀਤਿਕ ਤੌਰ ਦੇ ਉੱਤੇ ਇਕੱਠੇ ਹੋ ਕੇ ਲੜਾਈ ਲੜਨ। ਅਰੇ ਜਿਹੜੀ ਨਵੀਂ ਰਾਜਨੀਤਿਕ ਸਫਬੰਦੀ ਹੋਣੀ ਹੈ, ਉਹ ਜਿਹੜੀ ਮੌਜੂਦਾ ਮੋਦੀ ਸਰਕਾਰ ਦੀ ਜਿਹੜੀ ਲਗਾਤਾਰ ਜਿੱਤਣ ਦੀ ਜਾਂ ਲਗਾਤਾਰ ਅੱਗੇ ਜਾਣ ਦੀ ਜਿਹੜੀ ਪ੍ਰਵਿਰਤੀ ਹੈ, ਜਾਂ ਉਸ ਪ੍ਰਵਿਰਤੀ ਨੂੰ ਠੱਲ ਪਾਵੇਗੀ। ਵੈਸੇ ਤਾਂ ਗੱਲ ਇਹ ਹੈ ਬਲਬੀਰ ਜੀ ਕਿ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ, ਕਿਉਂਕਿ ਸਰਕਾਰ ਲੋਕਾਂ ਲਈ ਹੁੰਦੀ ਹੈ। ਅਤੇ ਜਦੋਂ ਲੋਕਾਂ ਦੀ ਬਹੁ ਗਿਣਤੀ
ਕਿਸੇ ਚੀਜ਼ ਦੀ ਮੰਗ ਕਰ ਰਹੀ ਹੈ ਤਾਂ ਉਸ ਦੀ ਮੰਗ ਦੇ ਵਿਰੋਧ ਦੇ ਵਿੱਚ ਉਹਨੂੰ ਜਬਰੀ ਲਾਉਣਾ ਤਾਂ ਹਿਟਲਰੀ ਫਰਮਾਨ ਹੈ। ਔਰ ਉਸ ਹਿਟਲਰੀ ਫਰਮਾਨ ਦੇ ਵਿੱਚ ਪੰਜਾਬ ਦਾ ਤਾਂ ਇਤਿਹਾਸਕ ਖਾਸ ਹੈ, ਇਹਨਾਂ ਨੇ ਲਾਈਂਗ ਡਾਊਨ ਤਾਂ ਕਦੇ ਲਿਆ ਨਹੀਂ। ਉਹ ਭਾਵੇਂ ਕਿਸੇ ਵੀ ਦੌਰ ਦੇ ਵਿੱਚ ਤੁਸੀਂ ਦੇਖ ਲਓ, ਇਹ ਹਰ ਵਾਰ ਮੂਰੀ ਹੋਏ ਨੇ। ਔਰ ਇਸ ਵਾਰ ਵੀ ਪੰਜਾਬ ਦੇ ਕਿਸਾਨਾਂ ਨੇ ਮਜਬੂਰੀ ਵਾਸੀ ਸਹੀ, ਪਰ ਇਹਨਾਂ ਨੇ ਇੱਕ ਰਾਸ਼ਟਰੀ ਅੰਦੋਲਨ ਦੀ ਜਿਹੜੀ ਨੀਂਹ ਰੱਖ ਦਿੱਤੀ ਹੈ। ਔਰ ਇਹ ਰਾਸ਼ਟਰੀ ਅੰਦੋਲਨ ਜਿਹੜਾ ਆਉਣ ਵਾਲੇ ਸਮੇਂ 'ਚ ਹੋਰ ਵੀ ਫੈਲੇਗਾ। ਚਰਨਜੀਤ ਜੀ ਧੰਨਵਾਦ। ਇੱਥੇ ਸਾਡਾ ਸਮਾਂ ਵੀ ਖਤਮ ਹੋ ਰਿਹਾ। ਤਾਂ ਜਿਸ ਤਰ੍ਹਾਂ ਇਹ ਸਾਰੀ ਤੁਸੀਂ ਚਰਚਾ ਵਿੱਚ ਸੁਣਿਆ ਕਿ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਸਥਿਤੀ ਬਣ ਰਹੀ ਹੈ, ਜੇ ਕੇਂਦਰ ਸਰਕਾਰ ਨੇ ਗੰਭੀਰਤਾ ਨਾਲ ਇਸ ਮਾਮਲੇ ਨੂੰ ਨਾ ਲਿਆ, ਨਾ ਸੋਚਿਆ, ਤਾਂ ਇਸ ਮਾਮਲੇ ਦੇ ਉੱਤੇ ਕੇਂਦਰ ਔਰ ਕਿਸਾਨ ਜਥੇਬੰਦੀਆਂ ਤੇ ਰਾਜ ਸਰਕਾਰਾਂ ਜਿਹੜੀਆਂ ਗੈਰ ਭਾਜਪਾ ਸਰਕਾਰਾਂ ਨੇ ਉਹਨਾਂ ਵਿੱਚ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਹੋਰ ਵੀ ਤਿੱਖੀ ਹੋ ਸਕਦੀ ਹੈ। ਇੱਥੇ ਹੀ ਅਸੀਂ ਅੱਜ ਦੀ ਚਰਚਾ ਨੂੰ ਸਮਾਪਤ ਕਰਦੇ ਹਾਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।